ਅੱਜ ਅਖਮੀਰੀ ਰੋਟੀ ਦਾ ਪਰਵ ਹੈ। 2000 ਸਾਲ ਪਹਿਲਾਂ ਅੱਜ ਦੇ ਦਿਨ ਸਵੇਰੇ 9 ਵਜੇ ਸਵਰਗੀ ਪਿਤਾ ਨੂੰ ਜੋ ਸਰੀਰ ਵਿੱਚ ਇਸ ਧਰਤੀ ਤੇ ਆਏ ਸੀ, ਸਲੀਬ ਤੇ ਚੜਾਇਆ ਗਿਆ ਸੀ। ਇਸ ਸਮੇਂ ਦੁਆਰਾ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਇੱਕ ਵਾਰ ਫਿਰ ਤੋਂ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਜਿੰਨੇ ਵੀ ਕਸ਼ਟਾਂ ਤੋਂ ਗੁਜ਼ਰੇ ਸੀ, ਉਹ ਸਾਡੇ ਪਾਪਾਂ ਅਤੇ ਅਪਰਾਧਾਂ ਕਰਕੇ ਸੀ। ਹਾਲਾਂਕਿ ਸਵਰਗੀ ਪਿਤਾ ਨੇ ਕਦੇ ਵੀ ਸਾਡੇ ਤੇ ਦੋਸ਼ ਨਹੀਂ ਲਗਾਇਆ ਜਾਂ ਸਾਡਾ ਇਨਕਾਰ ਨਹੀਂ ਕੀਤਾ। ਇਸ ਲਈ ਇਸ ਅਖਮੀਰੀ ਰੋਟੀ ਦੇ ਪਰਵ ਦੁਆਰਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਸਵਰਗੀ ਪਿਤਾ ਦੇ ਪਵਿੱਤਰ ਬਲੀਦਾਨ ਨੂੰ ਯਾਦ ਰੱਖੋ। ਪਰਮੇਸ਼ਰ ਨੇ ਪਹਿਲਾਂ ਤੋਂ ਹੀ ਮੂਸਾ ਦੀ ਵਿਵਸਥਾ ਵਿੱਚ ਇਹ ਦਰਜ ਕੀਤਾ ਹੈ ਕਿ ਮਸੀਹ ਇਸ ਧਰਤੀ ਤੇ ਆਉਣਗੇ ਅਤੇ ਅਖਮੀਰੀ ਰੋਟੀ ਦੇ ਪਰਵ ਤੇ ਪੀੜਿਤ ਹੋਣਗੇ। ਆਓ ਅਸੀਂ ਲੇਵੀ ਅਧਿਆਇ 23 ਖੋਲ੍ਹਣ ਦੁਆਰਾ ਅਖਮੀਰੀ ਰੋਟੀ ਦਾ ਪਰਵ ਕਿਵੇਂ ਸਥਾਪਿਤ ਕੀਤਾ ਗਿਆ ਸੀ, ਇਸ ਦੀ ਸ਼ੁਰੂਆਤ ਦੇ ਪਿੱਛੇ ਦਾ ਅਰਥ ਅਤੇ ਇਸ ਪਰਵ ਤੇ ਮਸੀਹ ਦੁਆਰਾ ਜੋ ਦੁੱਖ ਸਹਿਣ ਕੀਤਾ ਗਿਆ, ਇਸ ਦੇ ਵਿੱਚ ਦੇ ਸੰਬੰਧ ਬਾਰੇ ਸਿੱਖੀਏ। ਆਓ ਅਸੀਂ ਵਚਨ 5 ਵਿੱਚ ਪਰਮੇਸ਼ਰ ਦੇ ਵਚਨ ਦੇਖੀਏ। ਪਹਿਲੇ ਮਹੀਨੇ ਦੀ 14ਵੀਂ ਮਿਤੀ ਨੂੰ ਸੰਧਿਆ ਵੇਲੇ ਤਾਈਂ ਯਹੋਵਾ ਦਾ ਪਸਾਹ ਦਾ ਪਰਵ ਹੈ। ਕੱਲ ਅਸੀਂ ਸਾਰਿਆਂ ਨੇ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 14ਵੇਂ ਦਿਨ ਤੇ ਪਸਾਹ ਦਾ ਪਰਵ ਮਨਾਇਆ ਸੀ। ਵਚਨ 6 ਅਤੇ ਉਸ ਮਹੀਨੇ ਦੀ 15ਵੀਂ ਮਿਤੀ ਯਹੋਵਾ ਦੀ ਪਤੀਲੀ ਰੋਟੀ ਦਾ ਪਰਵ ਹੈ। ਅਖਮੀਰੀ ਰੋਟੀ ਦਾ ਪਰਵ ਬਿਨਾਂ ਖਮੀਰ ਦੀ ਰੋਟੀ ਨੂੰ ਖਾਣ ਦਾ ਦਿਨ ਸੀ। ਇਸ ਲਈ ਇਸ ਨੂੰ ਅਖਮੀਰੀ ਰੋਟੀ ਦਾ ਪਰਵ ਕਹਿੰਦੇ ਹਨ, ਕਿਉਂਕਿ ਅਖਮੀਰੀ ਰੋਟੀ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਇਸ ਨੂੰ ਦੁੱਖ ਦੀ ਰੋਟੀ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ। ਪਰਮੇਸ਼ਰ ਨੇ ਅਖਮੀਰੀ ਰੋਟੀ ਦੇ ਪਰਬ ਨੂੰ ਪਹਿਲੇ ਮਹੀਨੇ ਦੇ 15ਵੇਂ ਦਿਨ, ਜੋ ਕਿ ਪਸਾਹ ਤੋਂ ਬਾਅਦ ਅਗਲਾ ਦਿਨ ਹੈ, ਨਿਯੁਕਤ ਕੀਤਾ, ਜਿਸ ਵਿੱਚ ਦੁੱਖ ਦਾ ਅਰਥ ਸ਼ਾਮਿਲ ਹੈ। ਜਦੋਂ ਅਸੀਂ ਅਖਮੀਰੀ ਰੋਟੀ ਦੇ ਪਰਬ ਦੀ ਸ਼ੁਰੂਆਤ ਤੇ ਇੱਕ ਨਜ਼ਰ ਪਾਉਂਦੇ ਹਾਂ, 3500 ਸਾਲ ਪਹਿਲਾਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਮੂਸਾ ਦੇ ਦੁਆਰਾ ਮਿਸਰ ਤੋਂ ਬਾਹਰ ਕੱਢਿਆ ਸੀ। ਇਜ਼ਰਾਈਲੀ ਪਸਾਹ ਦਾ ਪਰਬ ਮਨਾਉਣ ਦੇ ਦੁਆਰਾ ਮਿਸਰ ਤੋਂ ਆਜ਼ਾਦ ਹੋਏ ਸੀ, ਪਰ ਮੁਕਤ ਹੋਣ ਦੇ ਬਾਅਦ ਉਹ ਲਾਲ ਸਮੁੰਦਰ ਦੁਆਰਾ ਰੋਕੇ ਜਾ ਕੇ ਆਪਣੀ ਯਾਤਰਾ ਨੂੰ ਜਾਰੀ ਰੱਖਣ ਵਿੱਚ ਸ਼ਕਤੀਹੀਨ ਸੀ। ਇਸ ਤੋਂ ਇਲਾਵਾ ਉਹਨਾਂ ਦੇ ਹਾਲਾਤ ਹੋਰ ਵੀ ਔਖੇ ਹੋ ਗਏ, ਕਿਉਂਕਿ ਉਹਨਾਂ ਦਾ ਫਿਰੌਨ ਦੀ ਸੈਨਾ ਦੁਆਰਾ ਪਿੱਛਾ ਕੀਤਾ ਜਾ ਰਿਹਾ ਸੀ। ਉਹਨਾਂ ਦੇ ਲਈ ਇਸ ਨਿਰਾਸ਼ ਹਾਲਾਤ ਨੂੰ ਕਦੀ ਨਾ ਭੁੱਲਣ ਦੇਣ ਦੇ ਲਈ ਪਰਮੇਸ਼ਰ ਨੇ ਇਸ ਪਰਬ ਅਖਮੀਰੀ ਰੋਟੀ ਦੇ ਪਰਬ ਨੂੰ ਨਿਯੁਕਤ ਕੀਤਾ। ਆਓ ਅਸੀਂ ਕੂਚ ਅਧਿਆਇ 14 ਵਿੱਚ ਇਸ ਦੀ ਸ਼ੁਰੂਆਤ ਦੇਖੀਏ। ਅਧਿਆਇ 14 ਵਚਨ 1। ਯਹੋਵਾ ਮੂਸਾ ਨਾਲ ਬੋਲਿਆ, ਇਜ਼ਰਾਈਲੀਆਂ ਨੂੰ ਬੋਲ ਕਿ ਉਹ ਮੁੜ ਜਾਣ ਅਰ ਪਿਆਹੀਰੋਥ ਦੇ ਸਾਹਮਣੇ, ਮਿਗਦੋਲ ਅਰ ਸਮੁੰਦਰ ਦੇ ਵਿਚਕਾਰ ਬਾਲ ਸਫੋਨ ਦੇ ਸਾਹਮਣੇ ਡੇਰਾ ਲਾਉਣ, ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ। ਫਿਰੌਨ ਇਜ਼ਰਾਈਲੀਆਂ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਰ ਉਜਾੜ ਨੇ ਉਹਨਾਂ ਨੂੰ ਅਟਕਾ ਲਿਆ ਹੈ। ਮੈਂ ਫਿਰੌਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਉਹ ਉਹਨਾਂ ਦਾ ਪਿੱਛਾ ਕਰੇਗਾ, ਅਤੇ ਮੈਂ ਫਿਰੌਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ, ਅਤੇ ਜੋ ਮਿਸਰੀ ਜਾਣਨ ਕਿ ਮੈਂ ਯਹੋਵਾ ਹਾਂ। ਫਿਰ ਉਹਨਾਂ ਨੇ ਤਿਵੇਂ ਹੀ ਕੀਤਾ। ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਉਹ ਲੋਕ ਨੱਠ ਗਏ ਹਨ। ਤਾਂ ਫਿਰੌਨ ਔਰ ਉਸਦੇ ਟਹਿਲੂਆਂ ਦੇ ਮਨ ਉਹਨਾਂ ਲੋਕਾਂ ਵੱਲੋਂ ਫਿਰ ਗਏ, ਅਤੇ ਉਹਨਾਂ ਨੇ ਆਖਿਆ, ਇਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਜ਼ਰਾਈਲੀਆਂ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ। ਤਾਂ ਉਸਨੇ ਆਪਣਾ ਰੱਥ ਜੁੜਵਾਇਆ ਔਰ ਆਪਣੀ ਰਿਆਇਤ ਨੂੰ ਨਾਲ ਲਿਆ। ਨਾਲੇ ਉਸਨੇ 600 ਚੁਗਵੇ ਰੱਥ ਅਰ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫਸਰ ਬਹਾਏ। ਅਰ ਯਹੋਵਾ ਨੇ ਮਿਸਰ ਦੇ ਰਾਜਾ ਫਿਰੌਨ ਦਾ ਮਨ ਕਠੋਰ ਕਰ ਦਿੱਤਾ, ਅਤੇ ਉਸਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ, ਪਰ ਇਜ਼ਰਾਈਲੀ ਜ਼ਬਰਦਸਤੀ ਨਾਲ ਨਿਕਲਦੇ ਜਾਂਦੇ ਸਨ। ਅਰ ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ, ਅਤੇ ਫਿਰੌਨ ਦੇ ਸਾਰੇ ਘੋੜੇ ਅਰ ਰੱਥ ਅਰ ਉਸਦੇ ਘੋੜ ਚੜੇ ਅਰ ਉਸਦੀ ਫੌਜ ਉਹਨਾਂ ਦੇ ਤੰਬੂ ਲਾਂਦਿਆਂ ਤੇ ਸਮੁੰਦਰ ਦੇ ਕੋਲ ਅਰ ਪਿਹਾਹੀਰੋਥ ਦੇ ਕੋਲ ਬਾਲ ਸਫੋਨ ਦੇ ਸਾਹਮਣੇ ਜਾ ਟੱਕਰੀ। ਜਦ ਫਿਰੌਨ ਨੇੜੇ ਆਇਆ ਤਾਂ ਇਜ਼ਰਾਈਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ, ਅਤੇ ਵੇਖੋ ਮਿਸਰੀ ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਸਨ। ਤਾਂ ਉਹ ਬਹੁਤ ਹੀ ਡਰੇ ਅਰ ਇਜ਼ਰਾਈਲੀਆਂ ਨੇ ਯਹੋਵਾ ਅੱਗੇ ਤਰਲੇ ਕੀਤੇ। ਉਪਰੰਤ ਉਹਨਾਂ ਨੇ ਮੂਸਾ ਨੂੰ ਆਖਿਆ ਕਿ ਮਿਸਰ ਵਿੱਚ ਕਬਰਾਂ ਨਹੀਂ ਸਨ, ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈ। ਇਹ ਤੈਂ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈ। ਇਹ ਉਹੀ ਗੱਲ ਤਾਂ ਨਹੀਂ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ, ਭਾਈ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ।
ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਤੋਂ ਚੰਗੀ ਸੀ। ਤਾਂ ਮੂਸਾ ਨੇ ਪ੍ਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਰ ਯਹੋਵਾ ਦੇ ਬਚਾਓ ਨੂੰ ਵੇਖੋ, ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ। ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ, ਫਿਰ ਸਦਾ ਤੀਕ ਕਦੀ ਨਾ ਵੇਖੋਗੇ। ਯਹੋਵਾ ਤੁਹਾਡੇ ਲਈ ਜੰਗ ਕਰੇਗਾ, ਪਰ ਤੁਸੀਂ ਚੁੱਪ ਹੀ ਰਹਿਣਾ। ਕੂਚ ਦੇ ਸਮੇਂ ਵਿੱਚ ਇਸਰਾਏਲੀ ਫਸਾ ਦਾ ਪਰਬ ਮਨਾਉਣ ਦੇ ਬਾਅਦ ਉਸ ਦੇ ਅਗਲੇ ਦਿਨ ਰਾਮਸੇਸ ਵਿੱਚ ਇਕੱਠੇ ਹੋਏ। ਇਹ ਤਦ ਸੀ ਜਦੋਂ ਕੂਚ ਦਾ ਮਹਾਨ ਕੰਮ ਸ਼ੁਰੂ ਹੋਇਆ। ਪਰ ਲਾਲ ਸਮੁੰਦਰ ਨੇ ਉਹਨਾਂ ਦੀ ਯਾਤਰਾ ਨੂੰ ਜਾਰੀ ਰੱਖਣ ਤੋਂ ਰੋਕ ਦਿੱਤਾ। ਫਿਰੌਨ ਨੇ ਆਪਣਾ ਮਨ ਬਦਲਿਆ ਅਤੇ ਇਜ਼ਰਾਈਲੀਆਂ ਨੂੰ ਵਾਪਿਸ ਮਿਸਰ ਵਿੱਚ ਲਿਆਉਣ ਲਈ ਉਹਨਾਂ ਦੇ ਪਿੱਛੇ ਚਲਿਆ ਗਿਆ। ਇਸਰਾਏਲੀ ਇਸ ਗੱਲ ਨਾਲ ਬਹੁਤ ਡਰ ਗਏ ਸੀ ਕਿ ਲਾਲ ਸਮੁੰਦਰ ਦੁਆਰਾ ਰਾਹ ਬੰਦ ਹੋਣ ਦੇ ਨਾਲ-ਨਾਲ ਮਿਸਰ ਦੀ ਸੈਨਾ ਦੁਆਰਾ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਹ ਭਾਰੀ ਸੰਕਟ ਵਿੱਚ ਸੀ। ਮਿਸਰ ਦੀ ਸੈਨਾ ਨੇ ਤਦ ਤੱਕ ਉਹਨਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ ਜਦੋਂ ਤੱਕ ਕਿ ਉਹ ਸੁਰੱਖਿਅਤ ਰੂਪ ਨਾਲ ਲਾਲ ਸਮੁੰਦਰ ਨੂੰ ਪਾਰ ਨਹੀਂ ਕਰ ਗਏ। ਫਸਾ ਦੇ ਪਰਬ ਦੀ ਵਡਿਆਈ ਸੱਚਮੁੱਚ ਉੱਤਮ ਸੀ। ਇਹ ਉਹ ਸਮਾਂ ਸੀ ਜਦੋਂ ਉਹਨਾਂ ਨੇ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਸ਼ਕਤੀ ਦਾ ਸਵਾਦ ਲਿਆ, ਜਿਨ੍ਹਾਂ ਨੇ ਉਹਨਾਂ ਨੂੰ ਆਜ਼ਾਦੀ ਦਾ ਆਨੰਦ ਦਿੱਤਾ ਸੀ। ਹਾਲਾਂਕਿ ਉਹਨਾਂ ਦੀ ਆਜ਼ਾਦੀ ਦਾ ਆਨੰਦ ਲੰਬੇ ਸਮੇਂ ਤੱਕ ਨਹੀਂ ਰਿਹਾ। ਮਿਸਰ ਦੀ ਸੈਨਾ ਦੁਆਰਾ ਪਿੱਛਾ ਕੀਤੇ ਜਾਣ ਦੇ ਦੌਰਾਨ ਇਸਰਾਏਲੀਆਂ ਨੂੰ ਬਹੁਤ ਖਤਰਾ ਮਹਿਸੂਸ ਹੋਇਆ ਤੇ ਉਹ ਬਹੁਤ ਡਰ ਵਿੱਚ ਸੀ। ਪਿੱਛਾ ਤਦ ਤੱਕ ਜਾਰੀ ਰਿਹਾ ਜਦੋਂ ਤੱਕ ਉਹਨਾਂ ਨੇ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 21ਵੇਂ ਦਿਨ ਤੱਕ ਲਾਲ ਸਮੁੰਦਰ ਨੂੰ ਪਾਰ ਨਹੀਂ ਕਰ ਲਿਆ ਸੀ। ਜਦੋਂ ਉਹਨਾਂ ਨੇ ਪਹਿਲੇ ਮਹੀਨੇ ਦੇ 22ਵੇਂ ਦਿਨ ਦੇ ਤੜਕੇ ਤੱਕ ਲਾਲ ਸਮੁੰਦਰ ਪਾਰ ਕਰਨਾ ਖਤਮ ਨਹੀਂ ਕੀਤਾ ਸੀ, ਪਿੱਛਾ ਕੀਤੇ ਜਾਣ ਦੇ ਕਰਕੇ ਭੱਜਣ ਦੇ ਦੌਰਾਨ ਉਹਨਾਂ ਨੂੰ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਸੀ। ਘਟਨਾਵਾਂ ਦੀਆਂ ਇਹਨਾਂ ਲੜੀਆਂ ਨੇ ਇਜ਼ਰਾਈਲੀਆਂ ਨੂੰ ਬਹੁਤ ਦਰਦ ਅਤੇ ਪੀੜਾ ਦਾ ਅਨੁਭਵ ਕਰਾਇਆ। ਇਹ ਯਿਸੂ ਮਸੀਹ ਦੇ ਪਸਾਹ ਦਾ ਪਰਬ ਮਨਾਉਣ ਅਤੇ ਪਸਾਹ ਦੇ ਅਗਲੇ ਦਿਨ ਅਖਮੀਰੀ ਰੋਟੀ ਦੇ ਪਰਬ ਤੇ ਸਲੀਬ ਤੇ ਚੜ੍ਹਨ ਦੇ ਦੁਆਰਾ ਪੂਰਾ ਹੋਇਆ। ਪਰਮੇਸ਼ਰ ਨੇ ਉਸ ਦੁੱਖ ਨੂੰ ਜਿਸ ਵਿੱਚੋਂ ਮਸੀਹ ਲੰਘੇ ਮੂਸਾ ਦੇ ਕੰਮਾਂ ਦੁਆਰਾ ਦਿੱਤੇ ਗਏ ਪਰਬ ਵਿੱਚ ਰੱਖਿਆ। ਇਸ ਲਈ ਪਸਾਹ ਦਾ ਪਰਬ ਉਹ ਦਿਨ ਸੀ ਜਦੋਂ ਪਰਮੇਸ਼ਰ ਨੇ ਆਪਣੀ ਸਵਰ ਸ਼ਕਤੀਮਾਨ ਸ਼ਕਤੀ ਪ੍ਰਗਟ ਕੀਤੀ ਸੀ। ਇਸ ਤੋਂ ਇਲਾਵਾ ਅਖਮੀਰੀ ਰੋਟੀ ਦਾ ਪਰਬ ਉਹ ਦੁੱਖ ਦਾ ਦਿਨ ਸੀ ਜਦੋਂ ਮਸੀਹ ਸਾਡੇ ਪਾਪਾਂ ਦੇ ਲਈ ਦੁਖੀ, ਅਪਮਾਨਿਤ ਅਤੇ ਪੀੜਿਤ ਹੋਏ ਸੀ। ਪੁਰਾਣੇ ਨਿਯਮ ਦੇ ਸਮੇਂ ਵਿੱਚ ਉਸ ਦਿਨ ਉਹਨਾਂ ਨੇ ਅਖਮੀਰੀ ਰੋਟੀ ਨੂੰ ਖਾਧਾ। ਅਖਮੀਰੀ ਰੋਟੀ ਬਿਨਾਂ ਖਮੀਰ ਦੀ ਰੋਟੀ ਨੂੰ ਸੰਕੇਤ ਕਰਦੀ ਹੈ। ਅਖਮੀਰੀ ਰੋਟੀ ਨੂੰ ਦੁੱਖ ਦੀ ਰੋਟੀ ਵੀ ਕਹਿੰਦੇ ਸੀ। ਆਓ ਅਸੀਂ ਵਿਵਸਥਾ ਸਾਰ ਅਧਿਆਇ 16 ਵਚਨ 3 ਤੇ ਜਾਈਏ। ਤੁਸੀਂ ਉਹਦੇ ਨਾਲ ਖਮੀਰ ਨਾ ਖਾਇਓ। ਖਮੀਰੀ ਵਸਤੂ ਖਮੀਰੀ ਰੋਟੀ ਨੂੰ ਸੰਕੇਤ ਕਰਦੀ ਹੈ। 7 ਦਿਨ ਉਹਦੇ ਨਾਲ ਪਤੀਰੀ ਰੋਟੀ ਕੀ ਵੀ ਅਖਵਾਉਂਦੀ ਹੈ, ਜਿਹੜੀ ਦੁੱਖ ਦੀ ਰੋਟੀ ਹੈ, ਖਾਇਓ। ਕਿਉਂ ਜੋ ਤੁਸੀਂ ਮਿਸਰ ਦੇਸ਼ ਤੋਂ ਤੁਰਤ ਫੁਰਤ ਨਿਕਲ ਆਏ ਹੋ। ਪ੍ਰਯੋਜਨ ਇਹ ਹੈ ਭਾਈ ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਦ ਤੁਸੀਂ ਮਿਸਰ ਦੇਸ਼ ਤੋਂ ਨਿਕਲ ਆਏ। ਪਰਮੇਸ਼ਰ ਨੇ ਉਹਨਾਂ ਨੂੰ ਉਸ ਦਿਨ ਤੋਂ ਲੈ ਕੇ ਜਦੋਂ ਉਹ ਪਸਾਹ ਦਾ ਪਰਬ ਮਨਾਉਣ ਦੇ ਬਾਅਦ ਮਿਸਰ ਤੋਂ ਨਿਕਲ ਆਏ ਸੀ, ਲਾਲ ਸਮੁੰਦਰ ਨੂੰ ਪਾਰ ਕਰਨ ਦੇ ਦਿਨ ਤੱਕ ਦੀਆਂ ਕੋੜੀਆਂ ਯਾਦਾਂ ਨੂੰ ਨਾ ਭੁੱਲਣ ਦੇ ਲਈ ਦੱਸਿਆ। ਬਾਈਬਲ ਦੀਆਂ 66 ਕਿਤਾਬਾਂ ਦੇ ਸਾਰੇ ਸੱਚ ਯਿਸੂ ਮਸੀਹ ਤੇ ਕੇਂਦਰਿਤ ਹਨ। ਇਹ ਵਚਨ ਦਿਖਾਉਂਦਾ ਹੈ ਕਿ ਮੂਸਾ ਦੇ ਕੰਮਾਂ ਦੁਆਰਾ ਅਸੀਂ ਉਹ ਕੰਮ ਦੇਖ ਸਕਦੇ ਹਾਂ ਜੋ ਮਸੀਹ ਪੂਰਾ ਕਰਨਗੇ। ਪਸਾਹ ਦਾ ਪਰਬ ਮਨਾਉਣ ਦੇ ਬਾਅਦ ਉਹ ਦੁੱਖ ਜਿਸ ਦਾ ਮੂਸਾ ਤੇ ਇਜ਼ਰਾਈਲੀਆਂ ਨੇ ਅਖਮੀਰੀ ਰੋਟੀ ਦੇ ਪਰਬ ਤੇ ਅਨੁਭਵ ਕੀਤਾ, ਉਹ ਉਸ ਦੁੱਖ ਅਤੇ ਪੀੜਾ ਨੂੰ ਦਰਸਾਉਂਦਾ ਹੈ ਜਿਸ ਤੋਂ ਮਸੀਹ ਯਿਸੂ ਪਸਾਹ ਦੇ ਪਰਬ ਨੂੰ ਮਨਾਉਣ ਤੋਂ ਬਾਅਦ ਗੁਜ਼ਰੇ ਸੀ। ਆਓ ਅਸੀਂ ਲੂਕਾ ਅਧਿਆਇ 23 ਵਚਨ 26 ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹੀਏ। 2000 ਸਾਲ ਪਹਿਲਾਂ ਯਿਸੂ ਨੇ ਮਰਕਜ਼ ਦੀ ਉੱਪਰੀ ਅਟਾਰੀ ਵਿੱਚ ਪਸਾਹ ਦਾ ਪਰਬ ਮਨਾਇਆ ਸੀ। ਅਗਲੇ ਦਿਨ ਉਹ ਤੜਕੇ ਪਿਲਾਤੁਸ ਦੀ ਕਚਹਿਰੀ ਵਿੱਚ ਖੜੇ ਸੀ ਅਤੇ ਉਹ ਸਵੇਰੇ 9 ਵਜੇ ਸਲੀਬ ਤੇ ਚੜਾਏ ਗਏ ਸੀ। ਇੱਥੇ ਇਹਨਾਂ ਘਟਨਾਵਾਂ ਦੀਆਂ ਲੜੀਆਂ ਨੂੰ ਸਮਝਾਇਆ ਗਿਆ ਹੈ। ਵਚਨ 26, ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮੌਨ ਇੱਕ ਕੁਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਤੇ ਸਲੀਬ ਧਰੀ ਭਾਈ ਯਿਸੂ ਦੇ ਮਗਰ ਲੈ ਚੱਲੇ। ਲੋਕਾਂ ਦੀ ਵੱਡੀ ਭੀੜ ਉਹਦੇ ਪਿੱਛੇ ਗਈ, ਨਾਲ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ।
ਪਰ ਯੀਸ਼ੂ ਉਹਨਾਂ ਦੀ ਵੱਲ ਪਿਛਾਂਹ ਹੋ ਕੇ ਬੋਲਿਆ, ਹੇ ਯਰੂਸ਼ਲਮ ਦੀ ਧੀਓ, ਮੈਨੂੰ ਨਾ ਰੋਵੋ, ਪਰ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਰੋਵੋ। ਕਿਉਂਕਿ ਵੇਖੋ, ਉਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ, ਭਾਈ ਧੰਨ ਹਨ ਬਾਂਝਾਂ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜੰਨਿਆ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ। ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿੱਗ ਪਾਓ, ਅਤੇ ਟਿੱਬਿਆਂ ਨੂੰ, ਭਾਈ ਸਾਨੂੰ ਲੁਕਾ ਲਓ। ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ। ਹੋਰ ਦੋਹਾਂ ਨੂੰ ਵੀ ਜੋ ਬੁਰਿਆਰ ਸਨ ਉਹਦੇ ਸੰਗ ਮਾਰਨ ਲਈ ਲਈ ਜਾਂਦੇ ਸਨ। ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਥੇ ਸਲੀਬ ਤੇ ਚੜਾਇਆ ਅਤੇ ਉਹਨਾਂ ਬੁਰਿਆਰਿਆਂ ਨੂੰ ਵੀ, ਇੱਕ ਸੱਜੇ ਅਤੇ ਦੂਆ ਖੱਬੇ। ਤਦ ਯੀਸ਼ੂ ਨੇ ਆਖਿਆ, ਹੇ ਪਿਤਾ, ਉਹਨਾਂ ਨੂੰ ਮਾਫ ਕਰ, ਕਿਉਂ ਜੋ ਉਹ ਨਹੀਂ ਜਾਣਦੇ ਭਾਈ ਕੀ ਕਰਦੇ ਹਨ। ਅਤੇ ਉਹਨਾਂ ਉਸਦੇ ਕੱਪੜੇ ਵੰਡ ਕੇ ਗੁਨੇ ਪਾਏ, ਅਰ ਲੋਕ ਖਲੋਤੇ ਵੇਖ ਰਹੇ ਸਨ। ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ, ਭਾਈ ਇਹਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ਰ ਦਾ ਮਸੀਹ ਅਤੇ ਉਹਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹਨੂੰ ਸਿਰਕਾ ਦਿੱਤਾ ਅਤੇ ਆਖਿਆ, ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਔਰ ਉਹਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨਾਂ ਬੁਰਿਆਰਿਆਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ, ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ। ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ਰ ਕੋਲੋਂ ਨਹੀਂ ਡਰਦਾ। ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ। ਪਰ ਉਹਨੇ ਕੋਈ ਔਗੁਣ ਨਹੀਂ ਕੀਤਾ। ਅਤੇ ਉਹਨੇ ਆਖਿਆ, ਹੇ ਯੀਸ਼ੂ, ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ, ਭਾਈ ਅੱਜ ਹੀ ਤੂੰ ਮੇਰੇ ਸੰਗ ਸਵਰਗ ਵਿੱਚ ਹੋਵੇਗਾ। ਹੁਣ 2 ਪਹਿਰ ਹੋ ਗਏ ਸਨ ਅਰ ਸਾਰੀ ਧਰਤੀ ਉੱਤੇ 30 ਪਹਿਰ ਤੀਕਰ ਹਨੇਰਾ ਰਿਹਾ। 2 ਪਹਿਰ ਆਧੁਨਿਕ ਸਮੇਂ ਦੀ ਪ੍ਰਣਾਲੀ ਵਿੱਚ ਦੁਪਹਿਰ 12 ਵਜੇ ਦਾ ਸਮੇਂ ਹੈ। ਯੀਸ਼ੂ ਦੁਆਰਾ ਸਵੇਰੇ 9 ਵਜੇ ਸਲੀਬ ਤੇ ਚੜਾਏ ਜਾਣ ਦੇ ਲਗਭਗ ਤੀਸਰੇ ਪਹਿਰ ਦੇ ਲੰਘਣ ਦੇ ਬਾਅਦ ਇਹ ਘਟਨਾ ਹੋਈ। ਹੁਣ 2 ਪਹਿਰ ਹੋ ਗਏ ਸਨ ਅਰ ਸਾਰੀ ਧਰਤੀ ਉੱਤੇ 30 ਪਹਿਰ ਤੀਕਰ ਹਨੇਰਾ ਰਿਹਾ ਅਤੇ ਸੂਰਜ ਕਾਲਾ ਪੈ ਗਿਆ ਅਤੇ ਹੈਕਲ ਦਾ ਪਰਦਾ ਵਿਚਕਾਰੋਂ ਪਾਟ ਗਿਆ। ਤਾਂ ਯੀਸ਼ੂ ਉੱਚੀ ਆਵਾਜ਼ ਨਾਲ ਚਿਲਾ ਕੇ ਆਖਿਆ ਕਿ ਹੇ ਪਿਤਾ, ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ। ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ। ਪਰਮੇਸ਼ਰ ਨੇ ਪੁਰਾਣੇ ਨਿਯਮ ਦੇ ਪਰਵ ਦੁਆਰਾ ਪਹਿਲਾਂ ਤੋਂ ਹੀ ਸਾਨੂੰ ਸਿਖਾਇਆ ਹੈ ਕਿ ਮਸੀਹ ਸਾਡੇ ਪਾਪਾਂ ਅਤੇ ਅਪਰਾਧਾਂ ਦੇ ਕਾਰਨ ਦੁੱਖ ਪਾਉਣਗੇ। ਉਹ ਕਾਰਨ ਕਿ ਕਿਉਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਉਹਨਾਂ ਦੁੱਖਾਂ ਨੂੰ ਯਾਦ ਰੱਖਣ ਦੇ ਲਈ ਕਿਹਾ ਜੋ ਉਹਨਾਂ ਨੇ 3500 ਸਾਲ ਪਹਿਲਾਂ ਸਹਿਣ ਕੀਤੇ ਸੀ। ਉਹ ਸਾਨੂੰ ਮਸੀਹ ਦੇ ਦੁੱਖਾਂ ਨੂੰ ਦਿਖਾਉਣ ਦੇ ਲਈ ਸੀ। ਉਹਨਾਂ ਨੇ ਇੱਕ ਪਰਛਾਵੇਂ ਦੇ ਰੂਪ ਵਿੱਚ ਕੰਮ ਕੀਤਾ ਕਿ ਸਾਡਾ ਮੁਕਤੀਦਾਤਾ ਪਸਖਾ ਦੇ ਪਰਬ ਨੂੰ ਮਨਾਉਣ ਦੇ ਬਾਅਦ ਅਗਲੇ ਦਿਨ ਅਖਮੀਰੀ ਰੋਟੀ ਦੇ ਪਰਬ ਤੇ ਸਲੀਬ ਤੇ ਪੀੜਿਤ ਹੋਣਗੇ। ਜਿਸ ਦਿਨ ਯੀਸ਼ੂ ਸਲੀਬ ਤੇ ਮਰੇ ਸੀ, ਉਸ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਦਾ ਪਾਲਣ ਕੀਤਾ। ਉਹਨਾਂ ਲੋਕਾਂ ਦੇ ਵਿੱਚ ਕਾਫੀ ਅਲੱਗ-ਅਲੱਗ ਪ੍ਰਕਾਰ ਦੇ ਲੋਕ ਸੀ। ਉਹਨਾਂ ਵਿੱਚੋਂ ਕੁਝ ਨੇ ਉਹਨਾਂ ਦੇ ਮੁੱਕੇ ਮਾਰੇ, ਕੁਝ ਨੇ ਉਹਨਾਂ ਨੂੰ ਥੱਪੜ ਮਾਰਿਆ, ਕੁਝ ਨੇ ਉਹਨਾਂ ਦੇ ਚਿਹਰੇ ਤੇ ਥੁੱਕਿਆ ਤੇ ਕੁਝ ਨੇ ਉਹਨਾਂ ਦਾ ਮਜ਼ਾਕ ਉਡਾਇਆ। ਇਹ ਕਿਸ ਤਰ੍ਹਾਂ ਦਾ ਵਿਅਕਤੀ ਸੀ ਜਿਸ ਨੇ ਮਸੀਹ ਦੇ ਲਈ ਸਲੀਬ ਨੂੰ ਚੁੱਕਿਆ ਸੀ, ਅਤੇ ਕੁਝ ਹੋਰ ਲੋਕ ਸੀ ਜੋ ਉਹਨਾਂ ਦੇ ਲਈ ਰੋਏ ਸੀ। ਇਸ ਯੁੱਗ ਵਿੱਚ ਵੀ ਆਤਮਿਕ ਰੂਪ ਨਾਲ ਅਸੀਂ ਦੇਖ ਸਕਦੇ ਹਾਂ ਕਿ ਅਨੇਕ ਪ੍ਰਕਾਰ ਦੇ ਲੋਕ ਮੌਜੂਦ ਹਨ। ਆਓ ਅਸੀਂ ਮਤੀ ਦੀ ਪੁਸਤਕ ਅਧਿਆਇ 26 ਵਚਨ 67 ਵਿੱਚ ਪਰਮੇਸ਼ਰ ਦਾ ਵਚਨ ਪੜ੍ਹੀਏ। ਤਦ ਉਹਨਾਂ ਨੇ ਉਹਦੇ ਮੂੰਹ ਤੇ ਥੁੱਕਿਆ ਔਰ ਉਹਨੂੰ ਮੁੱਕੇ ਮਾਰੇ। ਅਤੇ ਹੋਰਨਾਂ ਨੇ ਥੱਪੜ ਮਾਰ ਕੇ ਕਿਹਾ, ਹੇ ਮਸੀਹ, ਸਾਨੂੰ ਅਗਮ ਗਿਆਨ ਨਾਲ ਦੱਸ, ਤੈਨੂੰ ਕਿਹਨੇ ਮਾਰਿਆ? ਸਾਰੇ ਅਨੇਕ ਪ੍ਰਕਾਰ ਦੇ ਲੋਕ ਯੀਸ਼ੂ ਦਾ ਪਾਲਣ ਕਰ ਰਹੇ ਸੀ। ਕੁਝ ਨੇ ਉਹਨਾਂ ਨੂੰ ਮੁੱਕੇ ਮਾਰੇ, ਕੁਝ ਨੇ ਥੱਪੜ ਮਾਰੇ, ਕੁਝ ਨੇ ਉਹਨਾਂ ਦੇ ਚਿਹਰੇ ਤੇ ਥੁੱਕਿਆ ਤੇ ਦੂਸਰਿਆਂ ਨੇ ਉਹਨਾਂ ਦਾ ਮਜ਼ਾਕ ਉਡਾਇਆ। ਆਓ ਅਸੀਂ ਅਧਿਆਇ 26 ਵਚਨ 32 ਤੇ ਜਾਈਏ। ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ। ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸਭੇ ਠੋਕਰ ਖਾਣ, ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ। ਯੀਸ਼ੂ ਨੇ ਉਹਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ, ਜੋ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ 3 ਵਾਰੀ ਤੂੰ ਮੇਰਾ ਇਨਕਾਰ ਕਰੇਗਾ। ਪਤਰਸ ਨੇ ਉਹਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ। ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।
ਚੇਲਿਆਂ ਨੇ ਆਪਣਾ ਪੱਕਾ ਵਿਸ਼ਵਾਸ ਬਿਆਨ ਕੀਤਾ ਸੀ, ਪਰ ਅਸਲ ਹਾਲਾਤ ਹੋਣ ਤੇ ਪਤਰਸ ਨੇ ਵੀ, ਜਿਸ ਦੇ ਕੋਲ ਚੰਗਾ ਵਿਸ਼ਵਾਸ ਸੀ, 3 ਵਾਰ ਯੀਸ਼ੂ ਦਾ ਇਨਕਾਰ ਕੀਤਾ। ਇਹ ਦਿਲ ਤੋੜ ਦੇਣ ਵਾਲੀ ਘਟਨਾ ਅਖਮੀਰੀ ਰੋਟੀ ਦੇ ਪਰਵ ਤੇ ਹੋਈ ਸੀ, ਜਿਸ ਨੂੰ ਅਸੀਂ ਅੱਜ ਮਨਾ ਰਹੇ ਹਾਂ। ਆਓ ਅਸੀਂ ਮੱਤੀ ਅਧਿਆਇ 26 ਵਚਨ 45 ਪੜ੍ਹੀਏ। ਫਿਰ ਚੇਲਿਆਂ ਕੋਲ ਆਣ ਕੇ ਉਹਨਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਵਿਸ਼ਰਾਮ ਕਰੋ। ਵੇਖੋ, ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਾਇਆ ਜਾਂਦਾ ਹੈ। ਉੱਠੋ, ਚੱਲੀਏ, ਵੇਖੋ ਮੇਰਾ ਫੜਾਉਣ ਵਾਲਾ ਨੇੜੇ ਆ ਗਿਆ ਹੈ। ਵਚਨ 47। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ, ਆ ਪਹੁੰਚਿਆ ਅਤੇ ਪ੍ਰਧਾਨ ਯਾਜਕਾਂ ਅਰ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾ ਫੜੀ ਉਹਦੇ ਨਾਲ ਸੀ। ਅਤੇ ਉਹਦੇ ਫੜਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਭਾਈ ਜਿਹਨੂੰ ਮੈਂ ਚੁੰਮਾ ਉਹੀ ਹੈ, ਉਸ ਨੂੰ ਫੜ ਲੈਣਾ। ਅਰ ਝੱਟ ਯੀਸ਼ੂ ਕੋਲ ਆਣ ਕੇ ਉਹਨੇ ਆਖਿਆ, ਸੁਆਮੀ ਜੀ ਆਦੇਸ਼, ਅਤੇ ਉਸ ਨੂੰ ਚੁੰਮਿਆ। ਤਾਂ ਯੀਸ਼ੂ ਨੇ ਉਹਨੂੰ ਆਖਿਆ, ਬੇਲੀਆ, ਕਿਵੇਂ ਆਇਆ? ਤਦ ਉਹਨਾਂ ਨੇ ਕੋਲ ਆਣ ਕੇ ਯੀਸ਼ੂ ਉੱਤੇ ਹੱਥ ਪਾਏ ਅਤੇ ਉਹਨੂੰ ਫੜ ਲਿਆ। ਯੀਸ਼ੂ ਨੂੰ 12 ਚੇਲਿਆਂ ਵਿੱਚੋਂ ਇੱਕ ਯਹੂਦਾ ਇਸਕਰਿਓਤੀ ਦੁਆਰਾ ਵੇਚਿਆ ਗਿਆ ਸੀ ਅਤੇ ਉਹ ਪਤਰਸ ਦੁਆਰਾ ਇਨਕਾਰ ਕੀਤੇ ਗਏ ਸੀ, ਜੋ ਸਭ ਤੋਂ ਵਿਸ਼ਵਾਸਯੋਗ ਚੇਲਾ ਸੀ। ਲੋਕਾਂ ਨੇ ਆਪਣੇ ਮੁੱਕਿਆਂ ਨਾਲ ਉਹਨਾਂ ਨੂੰ ਮਾਰਿਆ, ਉਹਨਾਂ ਦੇ ਚਿਹਰੇ ਤੇ ਥੱਪੜ ਮਾਰਿਆ ਅਤੇ ਥੁੱਕਿਆ ਸੀ। ਉਹ ਮਜ਼ਾਕ ਵਿੱਚ ਉਡਾਇਆ ਗਿਆ ਅਤੇ ਰੋਮਨ ਸੈਨਿਕਾਂ ਦੁਆਰਾ ਕੋੜੇ ਮਾਰੇ ਜਾ ਕੇ ਸਲੀਬ ਚੁੱਕਦੇ ਹੋਏ, ਬਿਆਨ ਤੋਂ ਬਾਹਰ ਦਰਦ ਨੂੰ ਸਹਿੰਦੇ ਹੋਏ ਗੁਲਗੁਤਾ ਦੀ ਪਹਾੜੀ ਤੇ ਚੱਲੇ ਸੀ। ਇਹ ਸਾਡੇ ਪਾਪ ਸੀ ਕਿ ਉਹਨਾਂ ਦੇ ਨਾਲ ਇਹ ਸਭ ਕੁਝ ਹੋਇਆ। ਇਹ ਸਭ ਅਖਮੀਰੀ ਰੋਟੀ ਦੇ ਪਰਵ ਤੇ ਹੋਇਆ, ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ। ਦਰਅਸਲ ਇਹ ਪਾਪੀ ਹੈ ਜੋ ਆਪਣੇ ਪਾਪਾਂ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹਿਣ ਦੇ ਲਾਇਕ ਹੈ। ਹਾਲਾਂਕਿ ਮੂਸਾ ਦੀ ਵਿਵਸਥਾ ਵਿੱਚ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਸਾਨੂੰ ਇਸ ਭਵਿੱਖਬਾਣੀ ਨੂੰ ਦਿਖਾਇਆ ਕਿ ਉਹ ਸਾਡੇ ਪਰਮੇਸ਼ਰ ਹੋਣਗੇ, ਜੋ ਸਾਡੇ ਪਾਪਾਂ ਦੇ ਲਈ ਇਹਨਾਂ ਚੀਜ਼ਾਂ ਨੂੰ ਸਹਿਣਗੇ। ਅੱਜ ਆਓ ਅਸੀਂ ਇੱਕ ਵਾਰ ਫਿਰ ਅਖਮੀਰੀ ਰੋਟੀ ਦੇ ਪਰਵ ਦੇ ਅਰਥ ਨੂੰ ਆਪਣੇ ਮਨਾਂ ਤੇ ਲਿਖੀਏ। ਅੱਜ ਅਖਮੀਰੀ ਰੋਟੀ ਦਾ ਪਰਵ ਦੁੱਖ ਦਾ ਦਿਨ ਹੈ, ਜਦੋਂ ਸਾਨੂੰ ਵਰਤ ਰੱਖਣ ਦੇ ਲਈ ਦੱਸਿਆ ਜਾਂਦਾ ਹੈ। ਇਸ ਦਿਨ ਦੇ ਦੁਆਰਾ ਸਾਨੂੰ ਇਹ ਕਹਿਣ ਲਈ ਦ੍ਰਿੜ ਫੈਸਲਾ ਲੈਣਾ ਚਾਹੀਦਾ ਹੈ ਕਿ ਅਸੀਂ ਵੀ ਪਿਤਾ ਦੇ ਦੁੱਖ ਵਿੱਚ ਭਾਗ ਲਵਾਂਗੇ। ਆਓ ਅਸੀਂ ਮਰਕੁਸ ਅਧਿਆਇ 2 ਵਚਨ 18 ਤੇ ਜਾਈਏ। ਯਹੂਨਾ ਦੇ ਚੇਲੇ ਅਰ ਫਰੀਸੀ ਵਰਤ ਰੱਖਦੇ ਸਨ, ਅਰ ਉਹਨਾਂ ਨੇ ਆਣ ਕੇ ਉਹਨੂੰ ਕਿਹਾ, ਇਹਦਾ ਕੀ ਕਾਰਨ ਹੈ ਜੋ ਯਹੂਨਾ ਦੇ ਚੇਲੇ ਅਤੇ ਫਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ? ਤਾਂ ਯੀਸ਼ੂ ਨੇ ਉਹਨਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ, ਭਲਾ ਉਹ ਵਰਤ ਰੱਖ ਸਕਦੇ ਹਨ? ਜਿੰਨਾ ਚਿਰ ਲਾੜਾ ਉਹਨਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ। ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ, ਤਦ ਉਸ ਦਿਨ ਉਹ ਵਰਤ ਰੱਖਣਗੇ। ਇੱਥੇ ਲਾੜੇ ਦਾ ਅਰਥ ਯੀਸ਼ੂ ਹੈ। ਉਹ ਦਿਨ ਜਦੋਂ ਲਾੜਾ ਉਹਨਾਂ ਤੋਂ ਅਲੱਗ ਕੀਤਾ ਜਾਵੇਗਾ, ਉਹ ਦਿਨ ਹੈ ਜਦੋਂ ਯੀਸ਼ੂ ਚਲੇ ਜਾਣਗੇ। ਉਹ ਦਿਨ ਸਾਨੂੰ ਵਰਤ ਰੱਖਣਾ ਚਾਹੀਦਾ ਹੈ। ਵਚਨ 21। ਪੁਰਾਣੇ ਕੱਪੜੇ ਨੂੰ ਕੋਰੀ ਟਾਕੀ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਜਿਹੜੀ ਲਾਈ ਹੈ ਉਸ ਤੋਂ ਕੁਝ ਛਿੱਜ ਲੈਂਦੀ, ਅਰਥਾਤ ਨਵੀਂ ਪੁਰਾਣੀ ਤੋਂ ਉਹ ਲੰਗਾਰ ਵੱਧ ਜਾਂਦਾ ਹੈ। ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ, ਤਦ ਉਸ ਦਿਨ ਉਹ ਵਰਤ ਰੱਖਣਗੇ। ਅੱਜ ਅਸੀਂ ਉਸ ਸਮੇਂ ਤੱਕ ਵਰਤ ਰੱਖ ਰਹੇ ਹਾਂ ਜਦੋਂ ਆਖਿਰਕਾਰ ਯੀਸ਼ੂ ਸਲੀਬ ਤੇ ਮਰ ਗਏ ਸੀ। ਉਹ ਸਲੀਬ ਤੇ ਚੜਾਏ ਗਏ ਅਤੇ ਦੁਪਹਿਰ 3 ਵਜੇ ਮਰ ਗਏ ਸੀ। ਸਾਨੂੰ ਮਸੀਹ ਦੇ ਬਲੀਦਾਨ ਅਤੇ ਪੀੜਾ ਨੂੰ ਯਾਦ ਕਰਦੇ ਹੋਏ ਨਵੇਂ ਭਰਾਵਾਂ ਅਤੇ ਭੈਣਾਂ ਦੀ ਅਗਵਾਈ ਕਰਨੀ ਚਾਹੀਦੀ ਹੈ, ਜੋ ਭਵਿੱਖ ਵਿੱਚ ਸੱਚ ਨੂੰ ਸਵੀਕਾਰ ਕਰਨਗੇ। ਆਓ ਅਸੀਂ ਹਮੇਸ਼ਾ ਪਰਮੇਸ਼ਰ ਦੇ ਪਵਿੱਤਰ ਬਲੀਦਾਨ ਅਤੇ ਦੁੱਖ ਨੂੰ, ਜੋ ਉਹਨਾਂ ਨੇ ਸਾਡੇ ਲਈ ਸਹਿਣ ਕੀਤਾ, ਆਪਣੇ ਦਿਲ ਵਿੱਚ ਰੱਖਦੇ ਹੋਏ ਇਸ ਨੂੰ ਕਰੀਏ। ਯਿਸੂ ਨੇ ਕਿਹਾ, ਜਿਸ ਦਿਨ ਅਸੀਂ ਇੱਕ ਦੂਸਰੇ ਨਾਲੋਂ ਅਲੱਗ ਹੋ ਜਾਵਾਂਗੇ, ਉਸ ਦਿਨ ਵਰਤ ਰੱਖਾਂਗੇ। ਸਾਡਾ ਵਰਤ ਦੁਪਹਿਰ 3 ਵਜੇ ਖਤਮ ਹੁੰਦਾ ਹੈ। ਇਸ ਨੂੰ ਉਸ ਪੀੜਾ ਦੇ ਨਾਲ ਤੁਲਨਾ ਵੀ ਨਹੀਂ ਕਰ ਸਕਦੇ ਜੋ ਮਸੀਹ ਨੇ ਸਹਿਣ ਕੀਤੀ। ਆਓ ਅਸੀਂ ਰੋਮੀਓ ਅਧਿਆਇ 8 ਤੇ ਜਾਈਏ। ਭਾਵੇਂ ਹੀ ਇਹ ਕੁਝ ਵੀ ਨਹੀਂ ਹੈ, ਪਰਮੇਸ਼ਰ ਨੇ ਸਾਨੂੰ ਉਹਨਾਂ ਦੀ ਪੀੜਾ ਵਿੱਚ ਭਾਗ ਲੈਣ ਦੇ ਲਈ ਦੱਸਿਆ ਹੈ। ਆਓ ਅਸੀਂ ਅਧਿਆਇ 8 ਵਚਨ 16 ਤੇ ਜਾਈਏ। ਉਹ ਆਤਮਾ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ, ਭਾਈ ਅਸੀਂ ਪਰਮੇਸ਼ਰ ਦੇ ਬਾਲਕ ਹਾਂ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਰ ਦੇ ਅਧਿਕਾਰੀ ਅਤੇ ਮਸੀਹ ਦੇ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ, ਭਾਈ ਉਹਦੇ ਨਾਲ ਅਸੀਂ ਵਡਿਆਏ ਜਾਈਏ। ਵਚਨ 18।
ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਬਾਈਬਲ ਕਹਿੰਦੀ ਹੈ ਕਿ ਯੀਸ਼ੂ ਨੇ ਜੋ ਸਹਿਨ ਕੀਤਾ ਉਸ ਨਾਲ ਉਹਨਾਂ ਨੇ ਆਗਿਆਕਾਰੀਤਾ ਸਿੱਖੀ ਅਤੇ ਸੰਪੂਰਨ ਬਣੇ। ਪਰਮੇਸ਼ਰ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਸਵਰਗੀ ਸੰਤਾਨਾਂ ਨੂੰ ਵੀ ਮਸੀਹ ਦੇ ਦੁੱਖਾਂ ਵਿੱਚ ਭਾਗ ਲੈਣ ਦੁਆਰਾ ਸੰਪੂਰਨ ਬਣਾਇਆ ਜਾ ਸਕਦਾ ਹੈ। ਤਦ ਆਓ ਅਸੀਂ ਯਸ਼ਾਇਆ ਦੇ 53 ਵਿੱਚ ਇੱਕ ਹੋਰ ਵਚਨ ਦੇਖੀਏ ਕਿ ਕਿਵੇਂ ਸਾਨੂੰ ਉਹਨਾਂ ਦੀ ਪੀੜਾ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਸਾਡੇ ਕੋਲ ਕਿਸ ਤਰ੍ਹਾਂ ਦੀ ਮਾਨਸਿਕਤਾ ਹੋਣੀ ਚਾਹੀਦੀ ਹੈ। ਮਨੁੱਖ ਜਾਤੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਪਵਿੱਤਰ ਮਨ ਦੇ ਨਾਲ ਪਰਮੇਸ਼ਰ ਦੇ ਦੁੱਖਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਆਓ ਅਸੀਂ ਯਸ਼ਾਇਆ ਦੇ 53 ਵਚਨ 1 ਪੜ੍ਹੀਏ। ਸਾਡੇ ਪ੍ਰਚਾਰ ਦੀ ਕਿਸੇ ਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਸੇ ਦੇ ਉੱਤੇ ਪ੍ਰਗਟ ਹੋਈ। ਉਹ ਤਾਂ ਕੁੰਭਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸੂਰਤ ਸੀ ਅਤੇ ਜਦ ਅਸੀਂ ਉਸ ਨੂੰ ਵੇਖੀਏ ਤਾਂ ਕੋਈ ਸੁਅੱਪਨ ਨਹੀਂ ਭਾਈ ਅਸੀਂ ਉਹਨੂੰ ਪਸੰਦ ਕਰੀਏ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਦੂ। ਇੱਥੇ ਨਬੀ ਯਸ਼ਾਇਆ ਨੇ ਯੀਸ਼ੂ ਦੇ ਜਨਮ ਦੇ 700 ਸਾਲ ਪਹਿਲਾਂ ਤੋਂ ਹੀ ਇਹ ਭਵਿੱਖਬਾਣੀ ਕੀਤੀ ਅਤੇ ਵਰਣਨ ਕੀਤਾ ਹੈ ਕਿ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਹੋਣਗੀਆਂ। ਆਓ ਵਚਨ 3 ਦੇਖੀਏ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਨੂ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ। ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਔਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਇਹ ਸਾਰੇ ਸਾਡੇ ਪਾਪਾਂ ਅਤੇ ਅਪਰਾਧਾਂ ਦੇ ਕਾਰਨ ਸੀ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਉਸਨੇ ਆਪਣਾ ਮੂੰਹ ਨਾ ਖੋਲ੍ਹਿਆ। ਲੇਲੇ ਵਾਂਗੂ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ ਅਤੇ ਭੇਡ ਵਾਂਗੂ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੂੰਗੀ ਹੈ, ਸੋ ਉਸਨੇ ਆਪਣਾ ਮੂੰਹ ਨਾ ਖੋਲ੍ਹਿਆ। ਜ਼ੁਲਮ ਅਤੇ ਨਿਆਂ ਦੇ ਕਾਰਨ ਉਹ ਫੜਿਆ ਗਿਆ। ਉਸ ਦੀ ਪੀੜ੍ਹੀ ਵਿੱਚੋਂ ਕਿਸ ਸੋਚਿਆ ਕਿ ਮੇਰੀ ਪ੍ਰਜਾ ਦੇ ਅਪਰਾਧ ਦੇ ਕਾਰਨ ਜਿਹਨੂੰ ਮਾਰ ਪੈਣੀ ਸੀ, ਉਹ ਜਿਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ। ਉਸ ਦੀ ਕਬਰ ਦੁਸ਼ਟਾਂ ਦੇ ਵਿੱਚ ਅਤੇ ਉਸ ਦੀ ਮੌਤ ਦੇ ਵੇਲੇ ਧਨੀ ਨਾਲ ਠਹਿਰਾਈ ਗਈ। ਭਾਵੇਂ ਉਸ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਛਲ ਸੀ, ਪਰ ਯਹੋਵਾ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇ ਤਾਂ ਉਹ ਆਪਣੀ ਅੰਸ਼ ਨੂੰ ਵੇਖੇਗਾ। ਉਹ ਆਪਣੇ ਦਿਨ ਲੰਬੇ ਕਰੇਗਾ ਅਤੇ ਯਹੋਵਾ ਦੀ ਪੌਣੀ ਉਸ ਦੇ ਹੱਥ ਵਿੱਚ ਸਫਲ ਹੋਵੇਗੀ। ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਅਤੇ ਤ੍ਰਿਪਤ ਹੋਵੇਗਾ। ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਉਸਨੇ ਆਪਣੀ ਜਾਨ ਮੌਤ ਲਈ ਡੋਲ ਦਿੱਤੀ ਅਤੇ ਅਪਰਾਧੀਆਂ ਨਾਲ ਗਿਣਿਆ ਗਿਆ। ਉਸ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆਂ ਦੀ ਸਿਫਾਰਿਸ਼ ਕੀਤੀ। ਇਸ ਤਰ੍ਹਾਂ ਦੀ ਮਾਨਸਿਕਤਾ ਦੇ ਨਾਲ ਮਸੀਹ ਨੇ ਸਾਡੀ ਜਗ੍ਹਾ ਬਹੁਤ ਦਰਦ ਅਤੇ ਦੁੱਖ ਨੂੰ ਸਹਿਨ ਕੀਤਾ। ਅੱਜ ਅਸੀਂ ਅਕਸਰ ਉਹਨਾਂ ਦੇ ਸਲੀਬ ਦੇ ਬਲੀਦਾਨ ਦੇ ਬਾਰੇ ਗੱਲ ਕਰਦੇ ਹਾਂ। ਹਾਲਾਂਕਿ ਸਾਨੂੰ ਉਹਨਾਂ ਦੇ ਸਲੀਬ ਦੇ ਬਲੀਦਾਨ ਨੂੰ ਸਿਰਫ ਉੱਪਰ ਤੋਂ ਨਹੀਂ ਸੋਚਣਾ ਚਾਹੀਦਾ। ਇਸ ਸੰਸਾਰ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਪਰਮੇਸ਼ਰ ਆਪਣੀਆਂ ਸੰਤਾਨਾਂ ਲਈ ਆਪਣਾ ਪਵਿੱਤਰ ਬਲੀਦਾਨ ਦਿੰਦੇ ਆ ਰਹੇ ਹਨ। ਅਸੀਂ ਦੇਖ ਸਕਦੇ ਹਾਂ ਕਿ ਅੱਜ ਜੋ ਕਿ ਅਖਮੀਰੀ ਰੋਟੀ ਦਾ ਪਰਬ ਹੈ, ਪਰਮੇਸ਼ਰ ਨੇ ਸਲੀਬ ਦੇ ਬਲੀਦਾਨ ਦੇ ਇੱਕ ਪਹਿਲੂ ਦਾ ਖੁਲਾਸਾ ਕੀਤਾ ਸੀ। ਪੁਰਾਣੇ ਨਿਯਮ ਦੇ ਸਮੇਂ ਵਿੱਚ ਆਮ ਹਾਲਾਤਾਂ ਵਿੱਚ ਉਹ ਨਰਮ ਰੋਟੀ ਖਾਂਦੇ ਸੀ, ਪਰ ਪਰਮੇਸ਼ਰ ਨੇ ਇਸ ਪਵਿੱਤਰ ਪਰਬ ਤੇ ਲੋਕਾਂ ਤੋਂ ਬਿਨਾਂ ਖਮੀਰ ਦੇ ਬਣਾਈ ਗਈ ਦੁੱਖ ਦੀ ਸਖਤ ਰੋਟੀ ਖਾਣ ਨੂੰ ਕਿਹਾ।
ਤਾਂ ਜੋ ਉਹ ਉਸ ਪੀੜਾ ਨੂੰ ਯਾਦ ਕਰਨ ਜਦੋਂ ਉਹ ਮਿਸਰ ਤੋਂ ਨਿਕਲ ਆਏ ਸੀ। ਅਖਮੀਰੀ ਰੋਟੀ ਦੇ ਇਸ ਪਰਵ ਤੇ ਆਓ ਅਸੀਂ ਇੱਕ ਵਾਰ ਸੋਚੀਏ ਕਿ ਯੀਸ਼ੂ ਨੇ ਸਲੀਬ ਤੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਕਿਵੇਂ ਪੂਰਾ ਕੀਤਾ। ਪਰਛਾਵੇਂ ਵਿੱਚ ਸਾਨੂੰ ਮਸੀਹ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਦੁਆਰਾ ਪੈਦਾ ਹੋਏ ਹਰ ਪ੍ਰਕਾਰ ਦੀਆਂ ਸ਼ਿਕਾਇਤਾਂ ਅਤੇ ਕੰਡਿਆਂ ਨੂੰ ਗਲੇ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਹੁਣ ਤੱਕ ਪੂਰੀ ਤਰ੍ਹਾਂ ਸੱਚਾਈ ਦਾ ਮੁੱਲ ਮਹਿਸੂਸ ਨਹੀਂ ਕੀਤਾ ਹੈ। ਅੱਜ ਅਸੀਂ ਜੋ ਥੋੜੇ ਚਿਰ ਵਰਤ ਕਰ ਰਹੇ ਹਾਂ ਉਸ ਦੇ ਦੁਆਰਾ ਕਿਰਪਾ ਇਸ ਅਖਮੀਰੀ ਰੋਟੀ ਦੇ ਪਰਵ ਤੋਂ ਮਸੀਹ ਦੇ ਦੁੱਖ ਨੂੰ ਯਾਦ ਰੱਖੋ। ਆਓ ਅਸੀਂ ਸਿਰਫ ਆਪਣੀ ਭੁੱਖ ਬਾਰੇ ਨਾ ਸੋਚੀਏ ਬਲਕਿ ਆਓ ਅਸੀਂ ਵਿਚਾਰ ਕਰੀਏ ਕਿ ਜਦੋਂ ਪਿਤਾ ਸਲੀਬ ਤੇ ਸੀ ਤਦ ਉਹਨਾਂ ਨੂੰ ਕਿੰਨਾ ਕਸ਼ਟ ਚੁੱਕਣਾ ਪਿਆ ਹੋਵੇਗਾ। ਇਹ ਕਿੰਨਾ ਕਸ਼ਟਦਾਇਕ ਰਿਹਾ ਹੋਵੇਗਾ। ਸਲੀਬ ਦੇ ਚਾਰੇ ਪਾਸੇ ਖੜੇ ਹੋ ਕੇ ਲੋਕਾਂ ਵਿੱਚੋਂ ਕਾਫੀ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਤੇ ਉਹਨਾਂ ਦੀ ਨਿੰਦਾ ਕੀਤੀ। ਹਾਲਾਂਕਿ ਪਰਮੇਸ਼ਰ ਨੇ ਸਾਡੇ ਪਾਪਾਂ ਕਰਕੇ ਉਹਨਾਂ ਸਾਰੇ ਨਿੰਦਾਤਮਕ ਅਪਮਾਨਾਂ ਨੂੰ ਸਹਿਣ ਕੀਤਾ। ਸਾਨੂੰ ਆਪਣੇ ਪਰਮੇਸ਼ਰ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਲਈ ਇਸ ਤਰ੍ਹਾਂ ਕੀਤਾ। ਕਿਰਪਾ ਇਸ ਖਮੀਰੀ ਰੋਟੀ ਦੇ ਪਰਵ ਤੇ ਦੁਪਹਿਰ 3 ਵਜੇ ਦੀ ਆਰਾਧਨਾ ਤੱਕ ਵਰਤ ਰੱਖਣਾ ਜਾਰੀ ਰੱਖਦੇ ਹੋਏ ਮਸੀਹ ਦੇ ਦੁੱਖਾਂ ਨੂੰ ਨਾ ਭੁੱਲੀਏ ਤੇ ਪਰਮੇਸ਼ਰ ਦੇ ਪਵਿੱਤਰ ਦੁੱਖ ਵਿੱਚ ਭਾਗ ਲਈਏ ਜੋ ਉਹਨਾਂ ਨੇ ਸਾਰੀ ਮਨੁੱਖ ਜਾਤੀ ਲਈ ਸਹਿਣ ਕੀਤਾ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।